ਸਲਾਮੁਅਲੈकुम ਜੀ ਆਇਆਂ ਨੂੰ ਤੇ ਵੈਲਕਮ ਕਰਦੇ ਹਾਂ ਤੁਹਾਨੂੰ ਆਪਦੇ ਚੈਨਲ ਪੰਜਾਬ ਵਿਲੇਜ ਸੀਕਰਟ ਤੇ ਮੈਂ ਤੁਹਾਡਾ ਦੋਸਤ ਬਿਲਾਲ ਖਾਨ। ਤੇ ਅੱਜ ਦੀ ਵੀਡੀਓ ਵੀ ਜਰਾ ਬੱਕਰੀਆਂ ਦੇ ਮੁਤਲਕ ਆ ਕਿ ਬੱਕਰੀ ਫਾਰਮਿੰਗ ਕਰਨੀ ਚਾਹੀਦੀ ਆ, ਬੱਕਰੀਆਂ ਰੱਖਣੀਆਂ ਚਾਹੀਦੀਆਂ ਕਿ ਨਹੀਂ ਰੱਖਣੀਆਂ ਚਾਹੀਦੀਆਂ, ਅਗਰ ਰੱਖਣੀਆਂ ਚਾਹੀਦੀਆਂ ਤੇ ਇਹਦੇ ਵਾਸਤੇ ਕੀ ਜ਼ਰੂਰੀ ਆ ਤੇ ਕਿਹੜੇ ਬੰਦੇ ਬੱਕਰੀਆਂ ਰੱਖ ਸਕਦੇ ਨੇ ਤੇ ਕਿਹੜੀ ਬਰੀਡ ਕਿਹੜੀ ਨਸਲ ਰੱਖਣੀ ਚਾਹੀਦੀ ਆ ਅਗਰ ਤੁਸੀਂ ਬੱਕਰੀਆਂ ਰੱਖ ਕੇ ਕਾਮਯਾਬ ਹੋਣਾ ਤੇ ਵੀਡੀਓ ਨੂੰ ਐਂਡ ਤੱਕ ਲਾਜ਼ਮੀ ਵੇਖਿਆ ਜੇ ਤੇ ਜੇ ਚੈਨਲ ਤੇ ਨਵੇਂ ਆ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਆ ਜੇ ਤੇ ਵੀਡੀਓ ਲਾਈਕ ਜ਼ਰੂਰ ਕਰਿਆ ਕਰਿਓ। ਵੇਖ ਕੇ ਲੰਘ ਜਾਂਦੇ ਜੇ, ਵੀਡੀਓ ਨੂੰ ਲਾਈਕ ਨਹੀਂ ਕਰਦੇ ਜੇ। ਤੇ ਬਿਨਾਂ ਵਕਤ ਜ਼ਾਇਆ ਕੀਤੇ ਚਲਦੇ ਆ ਅੱਜ ਦੇ ਟੌਪਿਕ ਦੀ ਤਰਫ। ਇੱਕ ਸਵਾਲ ਜਿਹੜਾ ਕਿ ਅਕਸਰ ਪੁੱਛਿਆ ਜਾਂਦਾ ਹੈ ਕਿ ਸੂਬਾ ਪੰਜਾਬ ਦੀ ਹੱਦ ਤੱਕ ਕਿਹੜੀ ਬੱਕਰੀ ਦੀ ਨਸਲ ਪਾਲੀ ਜਾਵੇ। ਇਹ YouTube ਵਗੈਰਾ ਤੇ ਅੱਗੇ ਪਿੱਛੇ ਮੈਂ ਸੁਣਦਾ ਰਹਿਣਾ ਤੇ ਮੇਰੇ ਜਿਹੜਾ ਨਾਕਸ ਇਲਮ ਦੇ ਮੁਤਾਬਕ ਜਿਹੜਾ ਨਾ ਕੁਛ ਮੈਂ ਸਿੱਖਿਆ ਉਹ ਤੁਹਾਨੂੰ ਦੱਸਣ ਲੱਗਾ ਕਿ ਪਾਕਿਸਤਾਨ ਦੇ ਵਿੱਚ ਜਿੰਨੀਆਂ ਵੀ ਨਸਲਾਂ ਪਾਈਆਂ ਜਾਂਦੀਆਂ ਸਾਰੀਆਂ ਹੀ ਬਿਹਤਰੀਨ ਆ ਤੇ ਇੱਕ ਸਰਵੇ ਦੇ ਮੁਤਾਬਕ ਪਾਕਿਸਤਾਨ 'ਚ 26 ਕਿਸਮ ਦੀਆਂ ਬੱਕਰੀ ਦੀਆਂ ਨਸਲਾਂ ਪਾਈਆਂ ਜਾਂਦੀਆਂ ਤੇ ਸਭ ਤੋਂ ਕੱਦਾਵਰ ਤੇ ਦੁੱਧ ਦੇਣ ਵਾਲੀ ਤੇ ਮਜ਼ਬੂਤ ਨਸਲ ਜਿਹੜੀ ਆ ਉਹ ਬੀਤਲ ਹੈ। ਬੀਤਲ ਦੀਆਂ ਕੁੱਲ 6 ਸ਼ਾਖਾਂ ਨੇ ਤੇ ਜਿਹੜੀਆਂ ਮਾਦਾ ਦੇ ਵਿੱਚ ਦੁੱਧ ਦੀ ਤੇ ਨਰ ਦੇ ਵਿੱਚ ਕੱਦ ਦੀ ਤੇ ਉਹਦੀ ਯਾਨੀ ਕਿ ਜਿਹੜਾ ਕੱਦ ਹੈ ਉਹ ਤੇ ਬਿਮਾਰੀਆਂ ਦੇ ਖਿਲਾਫ ਕੂਵਤ ਮੁਦਾਫੇ ਦੇ ਹਵਾਲੇ ਨਾਲ ਉਹਦੀ ਤਰਤੀਬ ਜਿਹੜੀ ਆ ਉਹ ਮੈਂ ਦਿੱਤੀ ਆ। ਤੇ ਨੰਬਰ 1 ਤੇ ਆ ਲੈਲਪੁਰੀ ਬੀਤਲ ਜਿਹਨੂੰ ਫੈਸਲਾਬਾਦੀ ਜਾਂ ਅੰਮ੍ਰਿਤਸਰੀ ਵੀ ਕਿਹਾ ਜਾਂਦਾ ਤੇ ਨੰਬਰ 2 ਤੇ ਆ ਨਾਗਰੀ ਬੀਤਲ, ਨੰਬਰ 3 ਤੇ ਆ ਮੱਖੀ ਚੀਨੀ, ਨੰਬਰ 4 ਤੇ ਆ ਰਹੀਮ ਯਾਰ ਖਾਨ ਬੀਤਲ ਜਿਹਨੂੰ ਹੋਤਲ ਵੀ ਕਿਹਾ ਜਾਂਦਾ, ਨੁਕਰੀ ਬੀਤਲ ਜਿਹਨੂੰ ਰਾਜਨਪੁਰੀ ਵੀ ਕਿਹਾ ਜਾਂਦਾ ਤੇ ਨੰਬਰ 6 ਤੇ ਆ ਗੁਜਰਾਤੀ ਬੀਤਲ ਜਿਹਨੂੰ ਪੋਠੋਹਾਰੀ ਬੀਤਲ ਵੀ ਕਿਹਾ ਜਾਂਦਾ। ਲੈਲਪੁਰੀ ਜਿਹੜੀ ਆ ਬੀਤਲ ਇਹਦੇ ਵਿੱਚ ਮੁਕੰਮਲ ਸਿਆਹ ਜਾਂ ਸਫੈਦ ਧੱਬੇ ਹੁੰਦੇ ਆ ਸਿਆਹ ਰੰਗ ਦੇ ਵਿੱਚ ਤੇ ਜਿਹੜੀ ਨਾਗਰੀ ਆ ਤੇਜ਼ ਸਿਆਹੀ ਮਾਇਲ ਤੇ ਸੁਰਖ ਰੰਗ ਜਾਂ ਉਹਦੇ ਵਿੱਚ ਸਫੈਦ ਧੱਬੇ ਹੁੰਦੇ ਆ। ਤੇ ਫੈਸਲਾਬਾਦ ਤੇ ਸਾਹੀਵਾਲ 'ਚ ਬਹੁਤ ਜ਼ਿਆਦਾ ਤਾਦਾਦ 'ਚ ਪਾਈਆਂ ਜਾਂਦੀਆਂ ਤੇ ਇਹਨਾਂ ਇਲਾਕਿਆਂ 'ਚ ਪਾਲੀਆਂ ਜਾਂਦੀਆਂ, ਪਰ ਵਸਤੀ ਪੰਜਾਬ ਬਲਾਈ ਪੰਜਾਬ ਦੇ ਕੁਛ ਜ਼ਿਲ੍ਹਿਆਂ ਦੇ ਵਿੱਚ ਵੀ ਇਹ ਪਾਈਆਂ ਜਾਂਦੀਆਂ। ਦੁੱਧ ਵਜ਼ਨ ਤੇ ਕੱਦ 'ਚ ਇਹਨਾਂ ਦਾ ਕੋਈ ਸਾਨੀ ਨਹੀਂ ਤੇ ਇੱਕ ਅੱਛੀ ਜਿਹੜੀ ਆ ਉਹ ਲੈਲਪੁਰੀ ਜਾਂ ਨਾਗਰੀ ਪਹਿਲੇ ਸੂਬੇ 'ਚ 3 ਕਿਲੋ ਯੌਮੀਆਂ ਤੋਂ ਲੈ ਕੇ ਦੁੱਧ ਸ਼ੁਰੂ ਕਰ ਦਿੰਦੀ ਹੈ। ਤੇ ਉਸ ਤੋਂ ਇਲਾਵਾ ਕੁਛ ਘਰ ਐਸੇ ਵੀ ਹੈਗੇ ਇਹਨਾਂ ਇਲਾਕਿਆਂ 'ਚ ਜਿਨ੍ਹਾਂ 'ਚ 4 ਦੰਦ ਦੀ ਉਮਰ ਦੇ ਵਿੱਚ ਪਹਿਲੇ ਸੂਬੇ ਦੇ 5 ਕਿਲੋ ਇੱਕ ਦਿਨ ਦੇ ਦੁੱਧ ਤੋਂ ਬੱਕਰੀਆਂ ਸ਼ੁਰੂ ਹੁੰਦੀਆਂ ਨੇ। ਤੇ ਬਿਮਾਰੀਆਂ ਦੇ ਖਿਲਾਫ ਕੂਵਤ ਮੁਦਾਫੀਅਤ ਦੇ ਹਵਾਲੇ ਨਾਲ ਇਹਨਾਂ ਨਸਲਾਂ ਦੇ ਵਿੱਚ ਇਹ ਤੋਂ ਇਲਾਵਾ ਕੋਈ ਵੀ ਨਸਲ ਇਹਨਾਂ ਤੋਂ ਕਾਮਯਾਬ ਨਹੀਂ ਹੈਗੀ। ਇਹ ਦੋਵੇਂ ਨਸਲਾਂ ਆਪਸ 'ਚ ਭੈਣਾਂ ਸਮਝੀਆਂ ਜਾਂਦੀਆਂ ਤੇ ਮਾਹੌਲ ਦੇ ਵਿੱਚ ਆਪਦੇ ਆਪ ਨੂੰ ਜਲਦੀ ਢਾਲ ਲੈਂਦੀਆਂ ਤੇ ਪੂਰੇ ਪਾਕਿਸਤਾਨ 'ਚ ਇਹਨਾਂ ਨੂੰ ਪਾਲਿਆ ਜਾ ਸਕਦਾ ਹੈ ਸਵਾਏ ਮੁਸਲਸਲ ਸਰਦ, ਸ਼ਦੀਦ ਸਰਦ, ਮੁਸਲਸਲ ਮਰਤੂਬ ਤੇ ਜ਼ਿਆਦਾ ਗਰਮ ਖੁਸ਼ਕ ਇਲਾਕਿਆਂ ਤੋਂ। ਤੇ ਨੰਬਰ 2 ਤੇ ਆਉਂਦੀ ਆ ਨੁਕਰੀ ਬੀਤਲ ਜਿਹਨੂੰ ਡੇਰਾ ਗਾਜ਼ੀ ਖਾਨ ਤੇ ਜ਼ਿਲ੍ਹਾ ਰਾਜਨਪੁਰ ਦੇ ਹਵਾਲੇ ਨਾਲ ਰਾਜਨਪੁਰੀ ਵੀ ਕਿਹਾ ਜਾਂਦਾ ਤੇ ਡੇਰਾ ਗਾਜ਼ੀ ਖਾਨ ਡਿਵੀਜ਼ਨ ਦੇ ਸ਼ਾਨਦਾਰ ਨਸਲ ਹੈ। ਡੇਰਾ ਗਾਜ਼ੀ ਖਾਨ ਡਿਵੀਜ਼ਨ ਦੇ ਚਾਰੇ ਜ਼ਿਲ੍ਹੇ ਲਿਆ, ਮੁਜ਼ੱਫਰਗੜ੍ਹ, ਡੀਜੀ ਖਾਨ ਤੇ ਰਾਜਨਪੁਰ ਦੇ ਆਬੋ-ਹਵਾ ਦੇ ਮੁਤਾਬਕ ਉੱਥੇ ਪਾਲਣ ਵਾਸਤੇ ਬਿਹਤਰੀਨ ਨਸਲ ਹੈ। ਤੇ ਇਸ ਨਸਲ ਦੀ ਸਭ ਤੋਂ ਖਾਲਸ ਜਿਹੜੀ ਸਿਫਤ ਆ ਨਾ ਉਹ ਆ ਗੁਲਾਬੀ ਨੁਕਰੇ ਨਰ ਤੇ ਬਹੁਤ ਹੀ ਅੱਛਾ ਕੱਦ ਤੇ ਖੂਬਸੂਰਤੀ ਰੱਖਦੇ ਨੇ ਤੇ ਨੁਕਰੀ ਮਾਦਾ ਦੁੱਧ ਦੇ ਹਵਾਲੇ 'ਚ ਦੁੱਧ ਕਮ ਦਿੰਦੀ ਆ ਤੇ ਬਾਕੀ ਨਸਲ ਚੰਗੀ ਆ। ਗੱਲ ਕਰਾਂਗੇ ਰਹੀਮ ਯਾਰ ਖਾਨੀ ਬੀਤਲ ਜਿਹਨੂੰ ਬਹਾਵਲਪੁਰ, ਰਹੀਮ ਯਾਰ ਖਾਨ, ਸਾਦਕਾਬਾਦ, ਯਜ਼ਮਾਨ ਵਗੈਰਾ ਦੇ ਇਲਾਕਿਆਂ ਦੀਆਂ ਮੰਡੀਆਂ 'ਚ ਪਾਈ ਜਾਂਦੀ ਆ ਤੇ ਇਸ ਇਲਾਕੇ 'ਚ ਬਹੁਤ ਹੀ ਮਕਬੂਲ ਨਸਲ ਆ। ਤਿੱਖੇ ਨੈਣ ਨਕਸ਼ ਤੇ ਮੱਥੇ ਤੋਂ ਸ਼ੁਰੂ ਹੋਣ ਵਾਲਾ ਨੱਕ ਦਾ ਭਾਰ ਜਿਹੜਾ ਇਹਦੀ ਖਸੂਸੀਅਤ ਆ ਤੇ ਨਰ ਚੰਗਾ ਜਿਸਮ ਬਣਾਉਂਦੇ ਨੇ ਪਰ ਮਾਦਾ ਜਿਹੜੀ ਆ ਦੁੱਧ ਥੋੜ੍ਹਾ ਦਿੰਦੀ ਆ। ਗੁਜਰਾਤੀ ਬੀਤਲ ਪੋਠੋਹਾਰ ਤੇ ਸਤਾ ਮੁਰਤਫਾ ਜਿਹੜਾ ਪੋਠੋਹਾਰ ਹੈ ਉਹਦੇ ਇਲਾਕੇ 'ਚ ਮਕਬੂਲ ਆ ਤੇ ਇਹਦੀ ਵਜ੍ਹਾ ਰਹੀਮ ਯਾਰ ਖਾਨੀ ਦੀ ਤਰ੍ਹਾਂ ਇਲਾਕੇ ਬੀਤਲ ਦਾ ਮੁਕਾਮੀ ਇਲਾਕਾ ਹੈ ਇਹਦਾ ਤੇ ਆਪਣੇ ਇਲਾਕੇ 'ਚ ਚੰਗੀ ਪਰਵਰਿਸ਼ ਪਾਉਂਦੀ ਹੈ ਤੇ ਨਰ ਚੰਗਾ ਵਜਨ ਕਰਦੀ ਹੈ ਤੇ ਮਾਦਾ ਦੁੱਧ ਦੇ ਹਵਾਲੇ 'ਚ ਐਡੀ ਮਸ਼ਹੂਰ ਨਹੀਂ ਹੈਗੀ। ਤੇ ਬੀਤਲ ਤੋਂ ਬਾਅਦ ਜਿਹੜੀ ਨਸਲ ਆਉਂਦੀ ਆ ਉਹ ਦਾਇਰਾ ਦੀਨ ਪਨਾਹ ਨਸਲ ਹੈ ਜਿਹੜੀ ਦੁੱਧ ਤੇ ਗੋਸ਼ਤ ਦੇ ਹਵਾਲੇ ਨਾਲ ਕਾਬਲੇ ਤਾਰੀਫ ਆ। ਲਈਆ ਤੋਂ ਲੈ ਕੇ ਕੋਟ ਅੱਦੂ ਦੇ ਇਲਾਕੇ ਦੇ 45 ਕਿਲੋਮੀਟਰ ਦੇ ਫਾਸਲੇ ਦੇ ਇਹ ਮੌਜੂਦ ਆ। ਜ਼ਿਲ੍ਹਾ ਮੁਜ਼ੱਫਰਗੜ੍ਹ ਦੇ ਇਲਾਕੇ ਦਾਇਰਾ ਦੀਨ ਪਨਾਹ ਦੇ ਨਾਮ ਤੋਂ ਇਹ ਮਸੂਮ ਆ ਤੇ ਇਹ ਲਈਆ, ਪਹਾੜਪੁਰ, ਅਸਾਨਪੁਰ, ਦਾਇਰਾ ਦੀਨ ਪਨਾਹ ਤੇ ਕੋਟ ਅੱਦੂ ਦੇ ਇਲਾਕੇ 'ਚ ਆਮ ਨਜ਼ਰ ਆਉਂਦੀ ਹੈ ਤੇ ਤੇਜ਼ ਸਿਆਹ ਰੰਗ ਦੀ ਹੁੰਦੀ ਹੈ ਤੇ ਇਹਦੇ 'ਤੇ ਵਾਲਾਂ ਬਹੁਤ ਜ਼ਿਆਦਾ ਹੁੰਦੇ, ਲੱਦੀਆਂ ਹੁੰਦੀਆਂ ਤੇ
ਗੁੱਠਾ ਜਿਸਮ ਤੇ ਇੱਕ ਮਜ਼ਬੂਤ ਨਸਲ। ਤੇ ਹੁਣ ਗੱਲ ਕਰਦੇ ਆ ਕਿ ਕਿਹੜੀ ਨਸਲ ਪਾਲਣੀ ਚਾਹੀਦੀ ਆ। ਮੇਰਾ ਤਜਰਬਾ ਤੇ ਜਾਂ ਮੇਰੀ ਸਰਚ ਕਹਿੰਦੀ ਆ ਕਿ ਉਹ ਨਸਲ ਹਮੇਸ਼ਾ ਤੋਂ ਪਾਲਣੀ ਚਾਹੀਦੀ ਜਿਹੜੀ ਇਲਾਕੇ ਦੀ ਆਬੋ ਹਵਾ ਨਾਲ ਮੁਤਾਬਕਤ ਰੱਖਦੀ ਹੋਵੇ, ਬਿਹਤਰ ਕੂਤੇ ਮਦਾਫੀਅਤ ਤੇ ਮਾਹੌਲ ਦੀ ਤਬਦੀਲੀਆਂ ਨੂੰ ਜਲਦ ਕਬੂਲ ਕਰਦੀ ਹੋਵੇ। ਤੇ ਮਿਸਾਲ ਦੇ ਤੌਰ ਤੇ ਡੀਜੀ ਖਾਨ ਡਿਵੀਜ਼ਨ ਦੇ ਸਾਥੀਆਂ ਤੋਂ ਮਾਜ਼ਰਤ ਦੇ ਨਾਲ ਅਗਰ ਰਾਜਨਪੁਰੀ ਪੂਰੇ ਮੁਲਕ 'ਚ ਇਸ ਤਰ੍ਹਾਂ ਦਾ ਕੱਦ ਕਾਠ ਕੱਢਦਾ ਤੇ ਆਪਣੇ 22 ਇਲਾਕੇ ਡੇਰਾ ਗਾਜ਼ੀ ਖਾਨ ਡਿਵੀਜ਼ਨ ਖਾਸ ਤੌਰ ਤੇ ਜ਼ਿਲ੍ਹਾ ਡੇਰਾ ਗਾਜ਼ੀ ਖਾਨ ਤੇ ਜ਼ਿਲ੍ਹਾ ਰਾਜਨਪੁਰ 'ਚ ਹੀ ਨਾ ਰਹਿੰਦਾ, ਇਹ ਪੂਰੇ ਮੁਲਕ 'ਚ ਰਾਜਨਪੁਰੀ ਹੀ ਸਮਝਦੀ ਤੇ ਪਲਦੀ ਤੇ ਇਹ ਲੋਕ ਇਹਦਾ ਸ਼ੌਕ ਕਰ। ਤੇ ਜਾਨਵਰ ਦੀ ਖੂਬਸੂਰਤੀ ਤੋਂ ਪਹਿਲਾਂ ਆਪਦੇ ਇਲਾਕੇ ਦੀ ਆਬੋ ਹਵਾ, ਦਸਤਿਆਬ ਜਿਹੜੇ ਵਸਾਇਲ ਆ ਤੇ ਆਪਦੀ ਲਗਨ ਤੇ ਹੋਰ ਵੀ ਜ਼ਮੀਨੀ ਹਕਾਇਕਾਂ ਨੂੰ ਸਾਹਮਣੇ ਰੱਖਣਾ ਪੈਂਦਾ। ਤੇ ਹਰ ਬੰਦਾ ਆਪਣੇ ਹਿਸਾਬ ਨਾਲ ਹੀ ਮਸ਼ਵਰੇ ਦਿੰਦਾ। ਵਸਾਇਲ ਔਰ ਵਕਤ ਜਿਹੜਾ ਉਹ ਆਪ ਹੀ ਲਾਉਣਾ ਪੈਂਦਾ। ਸਿਰਫ ਤਜਰਬੇ ਦੀ ਕਮੀ ਤੇ ਗਲਤ ਮਸ਼ਵਰਿਆਂ ਦੀ ਵਜ੍ਹਾ ਕਰਕੇ ਕਾਮਯਾਬ ਹੋਣ ਦੇ ਨਾਲ ਨਾਲ ਫਾਰਮਰ ਜਿਹੜੇ ਆ ਉਹ ਨਾਕਾਮ ਬਹੁਤ ਜ਼ਿਆਦਾ ਹੁੰਦੇ ਆ। ਤੇ ਜਦੋਂ ਵੀ ਕੋਈ ਲਾਈਵ ਸਟਾਕ ਫਾਰਮਿੰਗ ਕਰੇ ਪਹਿਲੇ ਤਜਰਬਾ, ਤਜਜ਼ੀਆ ਤੇ ਤਕਾਬਲੀ ਜਾਇਜ਼ਾ ਜ਼ਰੂਰ ਕਰੇ। ਤੇ ਸਭ ਤੋਂ ਪਹਿਲਾਂ ਅਹਿਮ ਗੱਲ, ਖੁਦ ਆਪਣੇ ਹੱਥਾਂ ਨਾਲ ਕੰਮ ਕਰੇ ਤੇ ਉਹ ਜਜ਼ਬੇ ਨਾਲ। ਅਗਰ ਸਾਰਾ ਦਿਨ ਨਹੀਂ ਤੇ ਕਮ ਸੇ ਕਮ ਕੁਛ ਘੰਟੇ ਇਹਨਾਂ ਨੂੰ ਜ਼ਰੂਰ ਦੇਵੇ ਮੁਲਾਜ਼ਮਾਂ ਤੋਂ ਇਲਾਵਾ। ਤੇ ਤਹਿਕੀਕ ਦੇ ਨਾਲ ਤਜਰਬਾ ਇੱਕ ਲਾਜ਼ਮੀ ਚੀਜ਼ ਆ। ਤੇ ਇੱਕ ਗੱਲ ਹੋਰ ਕਿ ਜਾਨਵਰਾਂ ਦੀਆਂ ਮੇਂਗਣਾ, ਸਫਾਈ ਕਰਨਾ ਤੇ ਉਸ ਤੋਂ ਬਾਅਦ ਜਾਨਵਰ ਚਰਾਉਣਾ, ਵੰਡਾ ਪਾਉਣਾ, ਪੱਠੇ ਪਾਉਣਾ, ਇਹਦੇ 'ਚ ਕੋਈ ਸ਼ਰਮ ਨਾ